ਝੂਠ ਦੀ ਜੇ ਕੋਈ ਇੰਤਹਾ ਹੈ ਨਾ, ਝੂਠ ਦੀ ਪੁੜੀ ਹੈ ਕੋਈ, ਤੇ ਉਹ ਕੇਜਰੀਵਾਲ ਮੁੱਕਰ ਗਿਆ। ਕੋੜ ਕਿਲਾ ਨਹੀਂ ਇੰਨੀ ਛੇਤੀ ਰੰਗ ਬਦਲਦਾ ਜਿੰਨੀ ਛੇਤੀ ਇਹ ਬਦਲਦਾ ਹੈ। ਇਹਦਾ ਆਰਾਧਿਆ ਦੇਵ ਹੋਣਾ ਚਾਹੀਦਾ ਕੋੜ ਕਿਲਾ। ਔਰ ਮੈਂ ਇਸ ਗੱਲ ਦੀ ਨਿੰਦਾ ਕਰਦਾ, ਘੋਰ ਨਿੰਦਾ। 2021 ਦੇ ਵਿੱਚ 2015 ਤੋਂ ਲੈ ਕੇ 21 ਤੱਕ ਕੇਜਰੀਵਾਲ ਸਾਹਿਬ ਨੂੰ ਕਿਸਾਨ ਦੀ ਯਾਦ ਨਹੀਂ ਆਈ, ਲੇਕਿਨ 2021 ਚ ਕਿਹਾ 50,000 ਰੁਪਈਆ ਪਰ ਹੈਕਟੇਅਰ ਅਸੀਂ ਕੰਪਨਸੇਸ਼ਨ ਦੇਵਾਂ, ਕਿਉਂਕਿ ਪੰਜਾਬ ਦਾ ਇਲੈਕਸ਼ਨ। ਇਹ ਤੇ ਸਿਰਫ ਇੱਥੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਜਾਣਾ ਚਾਹੁੰਦਾ ਸੱਤਾ ਹਥਿਆਣ ਦੇ ਲਈ। ਉਹਨਾਂ ਨੇ ਇੱਕ ਹੋਰ ਅਨਾਉਂਸਮੈਂਟ ਕਰਤੀ, ਖੋਖਲੀ, ਬਿਲਕੁਲ ਖੋਖਲੀ, ਬਾਂਸ ਦੀ ਤਰ੍ਹਾਂ ਲੰਬੀ, ਅੰਦਰੋਂ ਖੋਖਲੀ, ਕਿ ਜੀ ਬਿਜਲੀ ਜਿਹੜੀ ਹੈ ਅਸੀਂ 1 ਜੁਲਾਈ, ਜੀ ਹਾਂ ਫਲਾਨਾ ਜਿਹੜੀ ਅਨਾਉਂਸਮੈਂਟ ਨਹੀਂ ਕਰਦੇ ਬੰਦ ਕਮਰੇ 'ਚ ਬੈਠ ਕੇ, ਕਿ ਜੀ ਅਸੀਂ 600 ਯੂਨਿਟ ਫ੍ਰੀ ਦੇਵਾਂਗੇ। ਲੇਕਿਨ ਇਹ ਨਹੀਂ ਕਿਹਾ ਕਿ ਭਾਈ ਤੁਸੀਂ ਜਨਰਲ ਕੈਟਾਗਰੀ ਲਈ ਕਿਹਾ ਸੀ, ਤੁਸੀਂ ਸਾਰਿਆਂ ਦੇ ਲਈ ਕਿਹਾ ਸੀ, ਤੇ ਜਿਹੜੀ SC BC ਤੇ OBC ਤੇ ਫਰੀडम ਫਾਈਟਰਾਂ ਨੂੰ ਉਹ ਤੇ ਅਸੀਂ 200 ਦਿੰਦੇ ਹੀ ਸੀ, ਉਹਦੇ ਤੁਸੀਂ ਕਿਹੜਾ ਮਾਰਕਾ ਮਾਰਤਾ, ਸਮਝ ਲਿਓ। ਹੁਣ ਕਹਿੰਦੇ ਆ ਵੀ ਜੇ 600 ਯੂਨਿਟ ਦੇਾਂਗੇ ਤੇ ਜੇ 600 ਤੋਂ 1 ਯੂਨਿਟ ਵੀ ਉੱਤੇ ਆਇਆ ਤੇ ਸਾਰਾ ਬਿੱਲ ਲੱਗੂ। ਬੀਤੇ ਕੱਲ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਮੌਸਮ ਵਿੱਚ ਤਬਦੀਲੀ ਕਾਰਨ ਕਣਕ ਦੀ ਫਸਲ ਜ਼ਿਆਦਾ ਵਧੀਆ ਨਹੀਂ ਰਹੀ ਅਤੇ ਨਵੀਂ ਸਰਕਾਰ ਨੂੰ ਕਿਸਾਨਾਂ ਲਈ ਕੁਝ ਸੋਚਣਾ ਚਾਹੀਦਾ ਹੈ ਅਤੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਕਿਸਾਨਾਂ ਦੀ ਫਸਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਮਦਦ ਜ਼ਰੂਰ ਕਰਾਂਗੇ ਅਤੇ ਜੋ ਵਾਅਦੇ ਕੇਜਰੀਵਾਲ ਵੱਲੋਂ ਕੀਤੇ ਗਏ ਸੀ ਉਹ ਬਿਲਕੁਲ ਹੀ ਖੋਖਲੇ ਸਾਬਤ ਹੋ ਰਹੇ ਨੇ। ਇਸ ਦੇ ਚਲਦਿਆਂ ਹੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਅੱਗੇ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਆਪ ਦਾ ਕੋਈ ਸਰੋਕਾਰ ਨਹੀਂ, ਇਹ ਤੇ ਸਿਰਫ ਇੱਥੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਜਾਣਾ ਚਾਹੁੰਦਾ ਸੱਤਾ ਹਥਿਆਣ ਦੇ ਲਈ। ਉਹਨਾਂ ਨੇ ਇੱਕ ਹੋਰ ਅਨਾਉਂਸਮੈਂਟ ਕਰਤੀ, ਖੋਖਲੀ, ਬਿਲਕੁਲ ਖੋਖਲੀ, ਬਾਂਸ ਦੀ ਤਰ੍ਹਾਂ ਲੰਬੀ, ਅੰਦਰੋਂ ਖੋਖਲੀ, ਕਿ ਜੀ ਬਿਜਲੀ ਜਿਹੜੀ ਹੈ ਅਸੀਂ 1 ਜੁਲਾਈ, ਜੀ ਹਾਂ ਫਲਾਨਾ ਜਿਹੜੀ ਅਨਾਉਂਸਮੈਂਟ ਨਹੀਂ ਕਰਦੇ ਬੰਦ ਕਮਰੇ 'ਚ ਬੈਠ ਕੇ, ਕਿ ਜੀ ਅਸੀਂ 600 ਯੂਨਿਟ ਫ੍ਰੀ ਦੇਵਾਂਗੇ। 2 ਮਹੀਨੇ ਦਾ ਬਿੱਲ ਆਉਂਦਾ ਪੰਜਾਬ 'ਚ 300 ਤੇ 300 600 ਯੂਨਿਟ। ਲੇਕਿਨ ਇਹ ਨਹੀਂ ਕਿਹਾ ਕਿ ਭਾਈ ਤੁਸੀਂ ਜਨਰਲ ਕੈਟਾਗਰੀ ਲਈ ਕਿਹਾ ਸੀ, ਤੁਸੀਂ ਸਾਰਿਆਂ ਦੇ ਲਈ ਕਿਹਾ ਸੀ, ਤੇ ਜਿਹੜੀ SC BC ਤੇ OBC ਤੇ ਫਰੀडम ਫਾਈਟਰਾਂ ਨੂੰ ਉਹ ਤੇ ਅਸੀਂ 200 ਦਿੰਦੇ ਹੀ ਸੀ, ਉਹਦੇ ਤੁਸੀਂ ਕਿਹੜਾ ਮਾਰਕਾ ਮਾਰਤਾ, ਸਮਝ ਲਿਓ। ਹੁਣ ਕਹਿੰਦੇ ਆ ਵੀ ਜੇ 600 ਯੂਨਿਟ ਦੇਾਂਗੇ ਤੇ ਜੇ 600 ਤੋਂ 1 ਯੂਨਿਟ ਵੀ ਉੱਤੇ ਆਇਆ ਤੇ ਸਾਰਾ ਬਿੱਲ ਲੱਗੂ। ਮੈਂ ਕਹਿੰਦਾ ਝੂਠ ਦੀ ਜੇ ਕੋਈ ਇੰਤਹਾ ਹੈ ਨਾ, ਝੂਠ ਦੀ ਪੁੜੀ ਹੈ ਕੋਈ, ਤੇ ਉਹ ਕੇਜਰੀਵਾਲ ਮੁੱਕਰ ਗਿਆ। ਕੋੜ ਕਿਲਾ ਨਹੀਂ ਇੰਨੀ ਛੇਤੀ ਰੰਗ ਬਦਲਦਾ ਜਿੰਨੀ ਛੇਤੀ ਇਹ ਬਦਲਦਾ ਹੈ। ਇਹਦਾ ਆਰਾਧਿਆ ਦੇਵ ਹੋਣਾ ਚਾਹੀਦਾ ਕੋੜ ਕਿਲਾ। ਔਰ ਮੈਂ ਇਸ ਗੱਲ ਦੀ ਨਿੰਦਾ ਕਰਦਾ, ਘੋਰ ਨਿੰਦਾ। 2021 ਦੇ ਵਿੱਚ 2015 ਤੋਂ ਲੈ ਕੇ 21 ਤੱਕ ਕੇਜਰੀਵਾਲ ਸਾਹਿਬ ਨੂੰ ਕਿਸਾਨ ਦੀ ਯਾਦ ਨਹੀਂ ਆਈ, ਲੇਕਿਨ 2021 ਚ ਕਿਹਾ 50,000 ਰੁਪਈਆ ਪਰ ਹੈਕਟੇਅਰ ਅਸੀਂ ਕੰਪਨਸੇਸ਼ਨ ਦੇਵਾਂ, ਕਿਉਂਕਿ ਪੰਜਾਬ ਦਾ ਇਲੈਕਸ਼ਨ। 50,000 ਰੁਪਈਆ ਪਰ ਹੈਕਟੇਅਰ ਅਸੀਂ ਜੀ ਕੰਪਨਸੇਸ਼ਨ ਦੇਵਾਂਗੇ, ਠੀਕ ਹੈ। ਹੁਣ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਹੈ ਤੇ ਗੁਜਰਾਤ ਦੇ ਵਿੱਚ ਇਲੈਕਸ਼ਨ ਹੈ, ਅਸੀਂ 600 ਯੂਨਿਟ ਫ੍ਰੀ ਦੇਵਾਂਗੇ, ਉਹ ਵੀ ਜੁਲਾਈ ਤੋਂ। ਉਹ ਵੀ ਪਤਾ ਨਹੀਂ ਬਿਜਲੀ ਬੋਰਡ ਨੇ ਮੰਨਣਾ ਹੈ ਕਿ ਨਹੀਂ ਮੰਨਣਾ। ਭਾਰ ਹੋਏ ਆ ਵਰਕਰ ਵੀ ਪੱਪਾ ਹੋਏ ਆ, ਕਹਿੰਦੇ ਨਹੀਂ ਪਹਿਲੀ ਗਰੰਟੀ ਜਿਹੜੀ ਪੂਰੀ ਹੋਣ ਜਾ ਰਹੀ ਹੈ। ਮੈਂ ਕਿਹਾ ਇਦੋਂ ਵੱਡਾ ਝੂਠ ਹੀ ਕੋਈ ਨਹੀਂ। ਦੇਰ ਆਰ ਲਾਈਜ਼, ਵਾਈਟ ਲਾਈਜ਼, ਇਨਫ ਲਾਈਜ਼ ਟੂ ਆਈਸਰ ਕੇਕ। ਸਫੈਦ ਝੂਠ ਇਹਨੂੰ ਕਹਿੰਦੇ ਨੇ, ਸਫੈਦ ਝੂਠ, ਵਾਈਟ ਲਾਈ। 600 ਯੂਨਿਟ ਤੁਸੀਂ ਕਿਹਾ ਸੀਗਾ ਸਾਰਿਆਂ ਨੂੰ, ਜਨਰਲ ਕੈਟਾਗਰੀ ਨੂੰ। ਹੁਣ ਤੁਸੀਂ ਕਹਿੰਦੇ ਹੋ SC OBC, ਔਰ ਜੇ ਜਨਰਲ ਕੈਟਾਗਰੀ ਦਾ 1 ਯੂਨਿਟ ਵੀ ਉੱਤੇ ਆਇਆ 600 ਦੇ 600 ਯੂਨਿਟ ਦੇ ਬਿੱਲ ਲੱਗੇਗਾ। ਮਤਲਬ ਤੁਸੀਂ ਕਿਹੜਾ ਮਾਰਕਾ ਮਾਰਿਆ? ਇਹ ਸਾਰਾ ਜਿਹੜਾ ਝੂਠ ਫਰੇਬ ਹੈ, ਮੈਂ ਕਹਿੰਦਾ ਮੈਨੂੰ ਚਾਹੇ ਗਵਰਨਰ ਸਾਹਿਬ ਕੋਲ ਜਾਣਾ ਪਵੇ, ਚਾਹੇ ਉੱਪਰ ਸੈਂਟਰ ਜਾਣਾ ਪਵੇ, ਕਿਸਾਨਾਂ ਦੀ ਆਵਾਜ਼ ਮੈਂ ਚੁੱਕਾਂਗਾ। ਔਰ ਮੈਂ ਇਹ ਗਰੰਟੀ ਦਿੰਦਾ ਕਿ ਤੁਸੀਂ ਚਿੱਠੀ ਲਿਖੋ ਅੱਜ ਮਾਨ ਸਾਹਿਬ ਕਿ 200 ਰੁਪਏ ਤੁਸੀਂ ਪਾਓਗੇ ਤੇ 200 ਰੁਪਏ ਸੈਂਟਰ ਪਾਵੇ, 500 ਰੁਪਈਆ ਕਿਸਾਨਾਂ ਨੂੰ ਅੱਜ ਉਹ ਦੇਵੇ। ਆੜ੍ਹਤੀਆਂ ਦੇ ਪੈਸੇ ਕੱਟਤੇ, ਜਿਹੜੀ 2.5% ਇੱਥੇ ਮਿਲਦੀ ਸੀ। ਮੰਡੀ ਫੀਸ ਜਿਹਦੇ ਨਾਲ ਸੜਕਾਂ ਬਣਦੀਆਂ ਸੀ ਉਹ ਨਹੀਂ ਮਿਲਦੀ ਹੁਣ ਪ੍ਰਾਈਵੇਟ ਪਲੇਅਰ, ਕਿਉਂਕਿ ਤੁਸੀਂ ਇੱਕ ਪ੍ਰਾਈਵੇਟ ਪਲੇਅਰ ਨੂੰ ਇਹ ਕਹਿਤਾ ਵੀ ਤੈਨੂੰ ਅਸੀਂ ਮੈਕਸਿਮਮ ਸਪੋਰਟ ਪ੍ਰਾਈਸ ਦੇਵਾਂਗੇ, ਸਾਰੀ स्टोरेज भी तू करेगा। ये 25% स्टोरेज होंगी है, तेन 100 का किराया देंगे, समझो। मतलब 2 महीने का बिल आता है पंजाब में तो 600 यूनिट देंगे, ठीक है, चाहे ऊपर आए नीचे आए, लेकिन 600 यूनिट सबको मिलेगा।
देखिए SC OBC और जो फ्रीडम फाइटर्स हैं उन्हें तो कांग्रेस की सरकार पहले ही दे रही थी, क्यों जी 200 यूनिट पहले ही दे रहे थे, तो 400 यूनिट था, तो अगर 600 होगा तो उसमें कोई इतनी कोई बड़ी बात नहीं होगी। लेकिन बड़ी बात ये थी कि जनरल कैटेगरी को 600 यूनिट मिलेगा, और अगर उनसे ऊपर भी आया बिल तो 600 यूनिट माफ होके बिजली का बिल आएगा। अब साहब पलट गए हैं, पलटू मियाँ ऐसे करके घूम गए हैं। देखिए आप, हमारे पंजाबी में कहते हैं कोड़ किला भी इतनी छेती रंग नहीं बदलता जितनी छेती केजरीवाल साहब बदल दे। इनको आराध्य देव बनाना चाहिए उसे। अब ये स्टेटमेंट आई है इनकी, जो कि बहुत बड़ा धोखा है पंजाब के साथ, कि जी जब 600 यूनिट के ऊपर बिल आएगा जनरल कैटेगरी में, अगर 1 रुपया भी ऊपर बिल आया तो फिर पूरा बिल भरना पड़ेगा। अब मुझे बताइए इससे बड़ी वादा खिलाफी क्या है? पल्ले नहीं तेला कर दी मेला मेला। फाइनेंशियल सिचुएशन का आपको पहले नहीं पता था? जितने IAS ऑफिसर हैं पंजाब के, मैं एक आर्टिकल पढ़ रहा था, उन्होंने जाके कहा है, सेंटर को रिपोर्ट किया है, और कई जगह पे उनकी स्टेटमेंट्स आई हैं कि भाई जिस तरह से पंजाब की फाइनेंशियल स्थिति है, ये कल को श्रीलंका की तरह ना हो जाए। ये बहुत एहतियात बरतने की बात है। और मैं आज ये कह रहा हूं कि केजरीवाल साहब, मैं आपको याद दिलाता रहूंगा आपकी बेवफाई की, और मैं आपको ये भी याद दिलाता रहूंगा कि आपने दिल्ली में कहा था 50,000 रुपए प्रति हेक्टेयर हम कॉम्पनसेशन देंगे, और ये हिंदुस्तान में सबसे ज्यादा है। तो भैया बहुत बड़ी बात है। अब 20 से 50% झाड़ घटा है यहां गेहूं का, दीजिए ये कॉम्पनसेशन। कई लोगों की तो फसल पूरी तरह से तबाह हो गई है, दीजिए कॉम्पनसेशन। करीब करीब 500 रुपया मिनिमम कॉम्पनसेशन होनी चाहिए। आप लिखिए चिट्ठी, 250 आप डालिए, 250 सेंटर की सरकार डाले, और ये 500 रुपया कॉम्पनसेशन हर किसान को मिलनी चाहिए, क्योंकि इंटरनेशनल मार्केट में यही कणक जो यहाँ गेहूं 2000 का आप MSP उठा रहे हो, सिर्फ 40 रुपए पर साल बढ़ा है ये, और आप ये 9% MSP बढ़ी है, और पेट्रोल के दाम, बाकियों के दाम 100%। DAP मिली नहीं, और वो भी जाली है, किसान बोल रहे थे। तो आप 2 रुपए दे के 20 निकाल लेते हो किसान की जेब से। आज ये मौका है, ज्यादा पड़ी है, और नेचुरल फैक्टर्स की वजह से जो दाना है, एक तो वो सूखा है और दूसरा छोटा है। तो पंजाबी में जो अगर कहना हो तो झाड़ कटिया है। द यील्ड हैज ड्रॉप्ड फ्रॉम 20% to 50%। और उन्होंने कहा था कि जी आप हमारी पुरजोर आवाज उठाइए कि हमें इसकी कॉम्पनसेशन मिले। उसके बाद जब मैं वापस आया तो मुझे बहुत सारे फ़ोन आए, बहुत सारे किसानों ने कहा कि जी ये वाजिब है, और आप पुरजोर तरीके से ये आवाज़ उठाइए। वाजिब इसलिए भी है क्योंकि जो यूक्रेन और रशिया की जंग चल रही है, उसकी वजह से करीब करीब 25 से 30% शॉर्टेज है वर्ल्ड मार्केट में, और उसकी वजह से इंटरनेशनल प्राइसेस जो हैं वो गेहूं की 35 से 4000 तक होगी। पिछले साल ये 2200 थी, इसलिए करीब करीब 2000 रुपये ये बढ़ गया है। तो मैं आज सवेरे जब तैयार हुआ था तो करीब करीब 50-60 किसान अलग अलग एरिया से, उनमें बड़े लीडर भी थे, उनमें यूनियन लीडर्स भी थे, वो मेरे पास आए और उन्होंने अपनी तकलीफ़ें बताई। और उन्होंने कहा सर कि काफ़ी सारी फसल जल भी गई है, करीब 500-600 एकड़, और बहुत नुकसान हुआ है, करीब 20 से 50% नुकसान हुआ है। अब केजरीवाल साहब तो रहते ही इलेक्शन मोड में, 2015 से लेके 2021 तक इनको किसान की याद नहीं आई। लेकिन जब पंजाब का इलेक्शन था तो केजरीवाल साहब ने अनाउंसमेंट की कि जी 1 पर हेक्टर अगर फसल का नुकसान होगा, उजाड़ा होगा, तो हम 50,000 रुपए, जो कि हाईएस्ट है इंडिया में, वो हम कॉम्पनसेशन देंगे। अब जब यहाँ पंजाब में इलेक्शन जीत लिया है तो पंजाब का तो इनको इतना ज़्यादा वो नहीं, दिल्ली वाले तो पंजाब को एक लॉन्चिंग पैड सोचते हैं कि यहाँ टांग लगाई और ठाएं करके हिमाचल प्रदेश और गुजरात पहुँच गई भाई, समझे नहीं।
तो अब इनको बिजली की सूझी है, वो भी जुलाई में हम जी 300 यूनिट का जो वायदा था वो पूरा करेंगे। मैंने हिंदी में शब्द सुना था छलिया, इनका असली नाम छलिया है। ये छल करते हैं, पंजाबी कहते बनारसी ठग है, अद्धे मिनटा ही ठग लेंदा। अब हुआ क्या है कि तब इन्होंने ये कहा था कि हम सारी जनरल कैटेगरी को 300 यूनिट पर एवन मीडिया ਲਈ ਜੰਡਿਆਲਾ ਤੋਂ ਨਰਿੰਦਰ ਸੇਠੀ ਦੀ ਵਿਸ਼ੇਸ਼ ਰਿਪੋर्ट।